ਸੰਸਾਰ ਦੇ ਵਿੱਚ ਅਨੇਕਾਂ ਹੀ ਭਗਤ ਸੰਤ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਦੀ ਜੇ ਗਿਣਤੀ ਕੀਤੀ ਜਾਵੇ ਤਾਂ ਗਿਣਤੀ ਨਹੀਂ ਹੋ ਸਕਦੀ। ਅਤੇ ਉਹੀ ਇਨਸਾਨ ਭਗਤ ਮਹਾਂਪੁਰਸ਼ ਦੁਨੀਆ ਤੇ ਪ੍ਰਵਾਨ ਹੋਏ, ਸੰਸਾਰ ਤੇ ਪ੍ਰਵਾਨ ਹੋਏ, ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਨਾਲ ਉਸ ਅਕਾਲ ਪੁਰਖ ਦੀ ਆਰਾਧਨਾ ਕੀਤੀ। ਉਹਨਾਂ ਦੇ ਵਿੱਚੋਂ ਇੱਕ ਭਗਤ ਵੇਣੀ ਜੀ ਹੋਏ ਹਨ, ਜਿਨ੍ਹਾਂ ਦਾ ਪਹਿਲਾ ਨਾਮ ਬ੍ਰਹਮ ਭੱਟ ਵੇਣੀ ਸੀ। ਜਾਤ ਦੇ ਭਗਤ ਜੀ ਬ੍ਰਾਹਮਣ ਸਨ। ਘਰ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਸੀ। ਬਹੁਤ ਜ਼ਿਆਦਾ ਗਰੀਬੀ ਹੋਣ ਕਰਕੇ ਘਰ ਦੇ ਵਿੱਚ ਘਰ ਵਾਲੀ ਕਲੇਸ਼ ਕਰਦੀ ਸੀ, ਕਿਉਂਕਿ ਇਹ ਸੁਭਾਵਿਕ ਹੀ ਹੈ, ਜਿਸ ਘਰ ਵਿੱਚ ਲੋੜਾਂ ਪੂਰੀਆਂ ਨਾ ਹੋਣ ਉਸ ਘਰ ਦੇ ਵਿੱਚ ਕਲੇਸ਼ ਰਹਿੰਦਾ ਹੀ ਰਹਿੰਦਾ ਹੈ। ਇਹ ਸਤਿਗੁਰੂ ਜੀ ਹਨ ਕਿ ਥੋੜ੍ਹੇ ਦੇ ਵਿੱਚ ਸਬਰ ਕਰ ਦੇਣ, ਇਨਸਾਨ ਨੂੰ ਸਬਰ ਆ ਜਾਵੇ, ਕਿੰਨਾ ਕੁ ਖਾਣਾ ਹੈ, ਕਿੰਨਾ ਕੁ ਪਾਉਣਾ ਹੈ। ਤੇ ਜੋ ਅਸਲੀ ਨਾਮ ਹੈ ਸਤਿਗੁਰੂ ਦਾ, ਅਕਾਲ ਪੁਰਖ ਦੀ ਉਸਤਤ, ਉਹੀ ਸੱਚਾ ਧਨ ਹੈ। ਇਹ ਸਮਝ ਜਿਨ੍ਹਾਂ ਨੂੰ ਆ ਗਈ ਉਹ ਫਿਰ ਦਰਗਾਹ ਤੇ ਪ੍ਰਵਾਨ ਹੋ ਗਏ ਤੇ ਉਹਨਾਂ ਦੀ ਬਾਣੀ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ। ਜਦੋਂ ਘਰ ਵਿੱਚ ਜ਼ਿਆਦਾ ਕਲੇਸ਼ ਰਹਿੰਦਾ ਸੀ, ਬੇਣੀ ਜੀ ਬਹੁਤ ਪਰੇਸ਼ਾਨ ਹੋਏ। ਇੱਕ ਦਿਨ ਉਹਨਾਂ ਨੇ ਆਪਣੇ ਮਨ ਵਿੱਚ ਸੋਚਿਆ ਵੀ ਇਸ ਜੋ ਮੇਰਾ ਸਰੀਰ ਹੈ, ਕਿਉਂ ਨਾ ਮੈਨੂੰ ਖਤਮ ਕਰ ਲਵਾਂ, ਮਰ ਜਾਵਾਂ। ਨਵੀਂ ਜੂਨੀ ਦੇ ਵਿੱਚ ਪਵਾਂਗਾ, ਨਵੀਂ ਜੂਨ ਦੇ ਵਿੱਚ ਪੈਣ ਕਰਕੇ ਕੀ ਪਤਾ ਮੈਨੂੰ ਅਗਲਾ ਜਨਮ ਸੌਖਾ ਮਿਲ ਜਾਵੇ, ਮੈਂ ਸੁਖੀ ਹੋ ਜਾਵਾਂ। ਉਹਨਾਂ ਨੇ ਇਹੋ ਹੀ ਫੈਸਲਾ ਕੀਤਾ। ਇਹ ਆਪਣੇ ਮਨ ਦੇ ਵਿੱਚ ਉਹ ਗੱਲਾਂ ਕਰਦੇ ਹਨ ਕਿ ਜੋ ਮੇਰਾ ਸਰੀਰ ਹੈ, ਐਸੀ ਭੁੱਖ ਨਾਲੋਂ, ਤੰਗੀ ਨਾਲੋਂ, ਗਰੀਬੀ ਨਾਲੋਂ ਤਾਂ ਮਰਨਾ ਹੀ ਚੰਗਾ ਹੈ। ਸਮਾਂ ਇਹੋ ਜਿਹਾ ਆ ਗਿਆ, ਭਗਤ ਵੇਣੀ ਜੀ ਨੇ ਘਰ ਤੋਂ ਨਿਕਲ ਦਾ ਫੈਸਲਾ ਲੈ ਲਿਆ। ਚੁੱਪ ਕਰਕੇ ਘਰ ਤੋਂ ਨਿਕਲ ਗਏ ਅਤੇ ਰਸਤੇ ਵਿੱਚ ਇਹੋ ਸੋਚਦੇ ਜਾ ਰਹੇ ਹਨ ਕਿ ਮਰ ਕੇ ਮੇਰਾ ਜੀਵਨ ਹੁਣ ਸੌਖਾ ਹੋ ਜਾਵੇਗਾ। ਰੋਜ਼ ਦੀ ਜੋ ਜਿੱਲਤ ਦੀ ਜ਼ਿੰਦਗੀ ਹੈ ਉਹ ਮੇਰੇ ਤੋਂ ਨਹੀਂ ਬਰਦਾਸ਼ਤ ਹੁੰਦੀ। ਸਭ ਸਤਿਗੁਰੂ ਦਾ, ਅਕਾਲ ਪੁਰਖ ਦੀ ਇਹੋ ਜਿਹੀ ਮੌਜ ਹੋਈ। ਰਸਤੇ ਵਿੱਚ ਭਗਤ ਵੇਣੀ ਜੀ ਨੂੰ ਇੱਕ ਮਹਾਂਪੁਰਸ਼ ਮਿਲਦੇ ਹਨ। ਉਹ ਪੁੱਛਦੇ ਹਨ ਕਿ ਕਿੱਥੇ ਜਾ ਰਹੇ ਹੋ, ਬੜੇ ਉਦਾਸ ਲੱਗਦੇ ਹੋ। ਭਗਤ ਵੇਣੀ ਜੀ ਨੇ ਹੱਥ ਬੰਨ੍ਹ ਕੇ ਮਹਾਂਪੁਰਸ਼ਾਂ ਅੱਗੇ ਬੇਨਤੀ ਕੀਤੀ ਕਿ ਸੰਤ ਜੀ, ਘਰ ਵਿੱਚ ਗਰੀਬੀ ਬਹੁਤ ਹੈ, ਜਿੱਲਤ ਦੀ ਜ਼ਿੰਦਗੀ ਹੈ, ਜੋ ਬੱਚਿਆਂ ਦੀ ਭੁੱਖ ਹੈ, ਪਿਆਸ ਹੈ, ਉਹ ਮੇਰੇ ਤੋਂ ਨਹੀਂ ਦੇਖੀ ਜਾਂਦੀ। ਹੁਣ ਮੈਂ ਅਖੀਰ ਵਿੱਚ ਇਹੀ ਫੈਸਲਾ ਕੀਤਾ ਹੈ ਵੀ ਮੈਂ ਮਰ ਜਾਵਾਂਗਾ, ਆਪਣੇ ਆਪ ਨੂੰ ਖਤਮ ਕਰ ਲਵਾਂਗਾ। ਬੱਚੇ ਤੇ ਪਤਨੀ ਜਦੋਂ ਘਰ ਰਾਸ਼ਨ ਨਹੀਂ ਹੋਏਗਾ ਆਪੇ ਹੀ ਭੁੱਖ ਨਾਲ ਮਰ ਜਾਣਗੇ। ਮਹਾਂਪੁਰਸ਼ ਕਹਿੰਦੇ ਕਿ ਇਹ ਜੀਵਨ ਦਾ ਕੋਈ ਹੱਲ ਨਹੀਂ। ਦੁਖੀ ਕੌਣ ਨਹੀਂ ਹੈ, ਸੰਸਾਰ ਹੀ ਦੁਖੀ ਹੈ। ਇਸ ਕਰਕੇ ਇਸ ਦੁੱਖ ਦਾ ਇੱਕੋ ਹੀ ਇੱਕ ਹੱਲ ਹੈ। ਜੇ ਤੂੰ ਸੁਖੀ ਹੋਣਾ ਚਾਹੁੰਦਾ ਹੈ ਨਾ, ਇੱਕ ਦਿਨ ਲਈ ਨਹੀਂ, ਸਦਾ ਲਈ, ਤਾਂ ਤੂੰ ਮਿਹਨਤ ਕਰ। ਉਹ ਕਹਿੰਦਾ ਮੈਂ ਬਹੁਤ ਮਿਹਨਤ ਕਰਦਾ ਹਾਂ, ਪਰ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਮਹਾਂਪੁਰਸ਼ ਕਹਿੰਦੇ ਚਲ ਠੀਕ ਹੈ, ਹੁਣ ਤੱਕ ਤੂੰ ਕੰਮ ਦੇ ਵਿੱਚ ਮਿਹਨਤ ਕਰਦਾ ਸੀ ਨਾ, ਅਸੀਂ ਤੈਨੂੰ ਇੱਕ ਸ਼ਬਦ ਦਿੰਦੇ ਹਾਂ, ਉਸ ਦਾ ਮੰਤਰ ਕਰ। ਉਸ ਪ੍ਰਮਾਤਮਾ ਦੀ, ਅਕਾਲ ਪੁਰਖ ਦੀ ਤੂੰ ਆਰਾਧਨਾ ਕਰਨੀ ਸ਼ੁਰੂ ਕਰ ਦੇ। ਥੋੜੇ ਹੀ ਦਿਨਾਂ ਦੇ ਵਿੱਚ ਉਹ ਸਤਿਗੁਰੂ ਨਾਲ ਜਦੋਂ ਤੇਰਾ ਮਿਲਾਪ ਹੋ ਗਿਆ, ਜਦੋਂ ਸਤਿਗੁਰੂ ਤੇਰੇ ਤੇ ਦਇਆਲ ਹੋ ਗਿਆ, ਤੇਰੇ ਘਰ ਵਿੱਚ ਯਕੀਨ ਮੰਨੀ ਕਿਸੇ ਵੀ ਚੀਜ਼ ਦੀ ਕੋਈ ਤੋਟ ਨਹੀਂ ਰਹੇਗੀ। ਉਹ ਅਕਾਲ ਪੁਰਖ ਤੈਨੂੰ ਇੰਨਾ ਦੇ ਦੇਵੇਗਾ, ਤੇਰੇ ਤੋਂ ਸਾਂਭਿਆ ਨਹੀਂ ਜਾਣਾ। ਪਰ ਹਾਂ, ਤੈਨੂੰ ਉਸ ਦੀ ਉਸਤਤ ਕਰਨੀ ਪਏਗੀ। ਭਗਤ ਵੇਣੀ ਜੀ ਨੇ ਜਦੋਂ ਮਹਾਂਪੁਰਸ਼ਾਂ ਦੀ ਇਹ ਗੱਲ ਸੁਣੀ ਤਾਂ ਉਹਨਾਂ ਨੇ ਫੈਸਲਾ ਲਿਆ ਕਿ ਸਹੀ ਗੱਲ ਹੈ, ਮਰਨ ਨਾਲ ਜੇ ਮੈਂ ਇਸ ਤਰ੍ਹਾਂ ਮਰਾਂਗਾ, ਸੁਸਾਈਡ ਕਰਾਂਗਾ, ਆਤਮ ਹੱਤਿਆ ਕਰਾਂਗਾ, ਇਸ ਨਾਲ ਜਿਹੜੀ ਮੇਰੀ ਆਤਮਾ ਹੈ ਉਹ ਇੱਥੇ ਹੀ ਭਟਕਦੀ ਰਹੇਗੀ, ਮੁਕਤੀ ਨਹੀਂ ਹੋਣੀ।
ਕੀ ਫਾਇਦਾ ਜੇ ਸੰਸਾਰ ਤੇ ਆਏ ਹਾਂ, ਉਸ ਮਹਾਂਪੁਰਸ਼ ਦੀ ਗੱਲ ਵੀ ਮੰਨ ਲੈਂਦੇ ਹਾਂ। ਭਗਤ ਵੇਣੀ ਜੀ ਜੰਗਲ ਦੇ ਵਿੱਚ ਚਲੇ ਗਏ। ਇਕਾਂਤ ਵਿੱਚ ਬੈਠ ਕੇ ਉਸ ਪ੍ਰਮਾਤਮਾ ਦੀ ਆਰਾਧਨਾ ਕਰਦੇ ਹਨ ਅਤੇ ਜਦੋਂ ਬੰਦਗੀ ਕਰਨ ਲੱਗ ਪਏ, ਹੌਲੀ ਹੌਲੀ ਉਹਨਾਂ ਨੂੰ ਰਸ ਆਉਣ ਲੱਗ ਗਿਆ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ। ਫਿਰ ਉਹਨਾਂ ਨੇ ਗੁਪਤ ਤੌਰ ਤੇ ਭਗਤੀ ਕੀਤੀ, ਕਿਸੇ ਨੂੰ ਕੁਝ ਨਹੀਂ ਦੱਸਿਆ ਕਿ ਮੈਂ ਕਿੱਥੇ ਜਾਂਦਾ ਹਾਂ, ਕੀ ਕਰਦਾ ਹਾਂ, ਕਿਉਂ ਕਰਦਾ ਹਾਂ। ਜਦੋਂ ਘਰ ਵਿੱਚ ਵਾਪਸ ਆਏ, ਥੋੜੇ ਸਮੇਂ ਬਾਅਦ ਤਾਂ ਘਰ ਵਾਲੀ ਪੁੱਛਦੀ ਹੈ ਕਿ ਰਾਸ਼ਨ ਨਹੀਂ ਲੈ ਕੇ ਆਏ। ਅੱਗੋਂ ਬੇਣੀ ਜੀ ਘਰ ਵਾਲੀ ਨੂੰ ਕਹਿੰਦੇ ਹਨ ਕਿ ਕਥਾ ਸ਼ੁਰੂ ਕੀਤੀ ਹੈ ਰਾਜੇ ਦੇ ਦਰਬਾਰ ਵਿੱਚ। ਜਦੋਂ ਰਾਜਾ ਖੁਸ਼ ਹੋ ਗਿਆ, ਕਥਾ ਦਾ ਭੋਗ ਪਏਗਾ ਤਾਂ ਬਹੁਤ ਪਕਵਾਨ ਮਿਲਣਗੇ, ਬਹੁਤ ਧਨ ਮਿਲੇਗਾ, ਬਹੁਤ ਕੱਪੜੇ ਮਿਲਣਗੇ। ਉਸ ਮਹਾਰਾਜ ਦੀ ਹਜੇ ਮੈਨੇ ਪੂਜਾ ਕਰਨੀ ਹੈ। ਗੁੱਸੇ ਦੇ ਵਿੱਚ ਆ ਕੇ ਭਗਤ ਵੇਣੀ ਜੀ ਦੀ ਪਤਨੀ ਨੇ ਕਿਹਾ ਕਿ ਚੁੱਲ੍ਹੇ ਵਿੱਚ ਪਵੇ ਤੇਰਾ ਮਹਾਰਾਜ, ਮੈਂ ਤੇਰੇ ਮਹਾਰਾਜ ਤੋਂ ਕੀ ਲੈਣਾ ਹੈ, ਮੈਨੂੰ ਤਾਂ ਰੋਟੀ ਤੱਕ ਮਤਲਬ ਹੈ, ਬੱਚੇ ਮੇਰੇ ਭੁੱਖੇ ਪਿਆਸੇ ਹਨ, ਮੈਂ ਕਿੱਥੋਂ ਆਪਣੇ ਜੀਵਨ ਦਾ ਗੁਜ਼ਾਰਾ ਕਰਾਂ, ਮੈਨੂੰ ਨਹੀਂ ਪਤਾ, ਮੈਨੂੰ ਤਾਂ ਰਾਸ਼ਨ ਚਾਹੀਦਾ ਹੈ। ਤੇ ਜਦ ਤੱਕ ਰਾਸ਼ਨ ਨਹੀਂ ਆਉਂਦਾ ਨਾ ਘਰ ਨਾ ਵੜੀ, ਘਰੋਂ ਨਿਕਲ ਜਾ। ਭਗਤ ਵੇਣੀ ਜੀ ਨੂੰ ਇਹ ਸ਼ਬਦਾਂ ਦੀ ਜਦੋਂ ਫਿਟਕਾਰ ਪਈ, ਘਰੋਂ ਚਲੇ ਗਏ। ਕਿਉਂਕਿ ਇਹੋ ਜਿਹੇ ਹਾਲਾਤ ਸਮਾਜ ਦੇ ਵਿੱਚ ਵੀ ਆਪਾਂ ਅਕਸਰ ਦੇਖਦੇ ਹਾਂ, ਜਿੱਥੇ ਗਰੀਬੀ ਹੁੰਦੀ ਹੈ, ਭੁੱਖਮਰੀ ਹੁੰਦੀ ਹੈ, ਉੱਥੇ ਖੁਸ਼ੀ ਘੱਟ ਹੀ ਹੁੰਦੀ ਹੈ। ਉਹ ਵੱਖਰੀ ਗੱਲ ਹੈ ਕਿ ਸਤਿਗੁਰੂ ਕਿਰਪਾ ਕਰ ਦੇਣ, ਥੋੜ੍ਹੇ ਵਿੱਚ ਬਰਕਤ ਪਾ ਦੇਣ, ਬੰਦਗੀ ਸੇਵਾ ਸਿਮਰਨ ਵਾਲੀਆਂ ਰੂਹਾਂ ਹੋਣ, ਉਹ ਗੁਜ਼ਾਰਾ ਕਰਦੀਆਂ ਹਨ। ਬਹੁਤੇ ਜ਼ਿਆਦਾ ਧਨ ਵਾਲੇ ਵੀ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਵੀ ਕਿਹਾ ਹੈ, ਵੱਡੇ ਵੱਡੇ ਜੋ ਦਿਸੈ ਲੋਕ ਤਿਨ ਕੋ ਵਿਆਪੈ ਚਿੰਤਾ ਰੋਗ, ਵੀ ਸੁਖੀ ਤਾਂ ਇੱਕ ਕੇਵਲ ਪ੍ਰਮਾਤਮਾ ਦੇ ਨਾਮ ਵਾਲਾ ਹੀ ਹੈ। ਜਦੋਂ ਵੇਣੀ ਜੀ ਚਲੇ ਗਏ, ਜੰਗਲ ਦੇ ਵਿੱਚ ਇਕਾਂਤ ਵਿੱਚ ਬੈਠ ਕੇ ਉਸ ਪ੍ਰਮਾਤਮਾ ਦੀ ਯਾਦ ਵਿੱਚ ਸਿਮਰਨ ਕਰ ਰਹੇ ਹਨ, ਬੰਦਗੀ ਕਰ ਰਹੇ ਹਨ। ਸਭ ਕੁਝ ਉਹਨਾਂ ਨੂੰ ਭੁੱਲ ਗਿਆ ਕਿ ਮੇਰੇ ਬੱਚੇ, ਮੇਰਾ ਪਰਿਵਾਰ, ਮੇਰੀ ਭੁੱਖ, ਮੇਰੀ ਪਿਆਸ। ਉਸ ਪ੍ਰਮਾਤਮਾ ਦੇ ਵਿੱਚ ਉਹਨਾਂ ਦੀ ਜਦੋਂ ਸੁਰਤ ਜੁੜ ਗਈ, ਉਸ ਤੋਂ ਬਾਅਦ ਪ੍ਰਮਾਤਮਾ ਜਦੋਂ ਉਹਨਾਂ ਦੀ ਭਗਤੀ ਤੋਂ ਖੁਸ਼ ਹੋ ਗਿਆ, ਸਤਿਗੁਰੂ ਅਕਾਲ ਪੁਰਖ ਨੇ ਆਪ ਫਿਰ ਇੱਕ ਰਾਜੇ ਦਾ ਰੂਪ ਧਾਰਿਆ। ਰਾਜੇ ਦਾ ਰੂਪ ਧਾਰ ਕੇ ਸਤਿਗੁਰੂ ਨੇ ਗੱਡੇ, ਰਾਸ਼ਨ ਦੇ, ਕੱਪੜਿਆਂ ਦੇ, ਸਮਾਨ ਦੇ ਜੋ ਘਰ ਵਿੱਚ ਚਾਹੀਦਾ ਸੀ ਉਹ ਭਰ ਲਏ ਅਤੇ ਭਗਤ ਵੇਣੀ ਜੀ ਦੇ ਘਰ ਅੱਗੇ ਆ ਕੇ ਖੜੇ ਕਰ ਦਿੱਤੇ। ਜਦੋਂ ਸਤਿਗੁਰੂ ਨੇ, ਅਕਾਲ ਪੁਰਖ ਨੇ ਆਪ ਵੇਣੀ ਜੀ ਨੂੰ ਆਵਾਜ਼, ਵੇਣੀ ਜੀ ਦੀ ਘਰ ਵਾਲੀ ਨੂੰ ਆਵਾਜ਼ ਮਾਰੀ ਕਿ ਆਪ ਜੀ ਵੇਣੀ ਜੀ ਦੀ ਘਰ ਵਾਲੀ ਹੋ? ਉਹ ਕਹਿੰਦੀ ਹਾਂ। ਵੇਣੀ ਜੀ ਪਤਾ ਨਹੀਂ, ਉਹਦਾ ਘਰ ਹੈ ਨਹੀਂ, ਉਹ ਤਾਂ ਪਤਾ ਨਹੀਂ ਕਿੱਥੇ ਉਜੜਿਆ ਹੈ। ਉਹ ਕਹਿੰਦੇ ਵੀ ਉਜੜਿਆ ਨਹੀਂ, ਉਹ ਸਤਿਗੁਰੂ ਦੇ ਰਾਜੇ ਦੇ ਦਰਬਾਰ ਦੇ ਵਿੱਚ ਕਥਾ ਕਰ ਰਹੇ ਹਨ। ਜਦੋਂ ਹੁਣ ਸਤਿਗੁਰੂ ਜੀ ਖੁਸ਼ ਹੋ ਗਏ ਹਨ, ਹਜੇ ਕਥਾ ਚੱਲ ਰਹੀ ਹੈ, ਆ ਦੇਖ ਮਿੱਠਾ ਹੈ, ਕੱਪੜੇ ਹਨ, ਰਾਸ਼ਨ ਹੈ, ਲੀੜੇ ਹਨ, ਜੋ ਉਹਨਾਂ ਨੇ ਤੇਰੇ ਲਈ ਘਰ ਲਈ ਭੇਜੇ ਹਨ। ਇਹ ਦੇਖ ਕੇ ਜਦੋਂ ਇਹ ਸੁਣਿਆ ਨਾ ਉਹਨੇ, ਭਗਤ ਵੇਣੀ ਜੀ ਦੀ ਘਰ ਵਾਲੀ ਨੇ, ਤਾਂ ਉਸ ਨੂੰ ਬੜਾ ਹੀ ਆਪਣੇ ਮਨ ਦੇ ਵਿੱਚ ਵਿਰਾਗ ਆ ਗਿਆ ਕਿ ਜੋ ਮੇਰਾ ਪਤੀ ਸੀ ਨਾ, ਉਹ ਸੱਚ ਕਹਿੰਦਾ ਸੀ ਕਿ ਮੈਂ ਰਾਜੇ ਦੀ ਦਰਬਾਰ ਦੇ ਵਿੱਚ ਆਰਾਧਨਾ ਕਰਦਾ ਹਾਂ। ਮੈਂ ਉਹਨਾਂ ਨੂੰ ਬੜੇ ਬੋਲ ਕਬੋਲ ਬੋਲੇ। ਜਦੋਂ ਸਮਾਨ ਘਰ ਵਿੱਚ ਆ ਗਿਆ ਤਾਂ ਵੇਣੀ ਜੀ ਦੀ ਘਰ ਵਾਲੀ ਬਹੁਤ ਖੁਸ਼ ਹੋ ਗਈ, ਕਿਉਂਕਿ ਜਦੋਂ ਇਨਸਾਨ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ, ਖੁਸ਼ੀ ਤਾਂ ਮਿਲਦੀ ਹੀ ਹੈ।
ਉਸ ਤੋਂ ਬਾਅਦ ਬੇਣੀ ਜੀ ਦੀ ਘਰ ਵਾਲੀ ਉਸ ਰਾਜੇ ਨੂੰ ਕਹਿੰਦੀ ਹੈ ਕਿ ਮੈਂ ਉਹਨਾਂ ਨਾਲ ਬੜੇ ਬੋਲ ਕਬੋਲ ਬੋਲੇ ਹਨ, ਤੁਸੀਂ ਕਿਰਪਾ ਕਰਿਓ ਉਹਨਾਂ ਨੂੰ ਘਰ ਜਲਦੀ ਭੇਜ ਦਿਓ, ਮੈਂ ਉਹਨਾਂ ਤੋਂ ਮਾਫੀ ਮੰਗਣੀ ਹੈ। ਇਹ ਕਹਿ ਕੇ ਸਾਰਾ ਸਮਾਨ ਅਕਾਲ ਪੁਰਖ ਆਪ ਰਾਜੇ ਦਾ ਰੂਪ ਧਾਰ ਕੇ ਉਹਨਾਂ ਦੀ ਭਗਤੀ ਤੋਂ ਬੰਦਗੀ ਤੋਂ ਖੁਸ਼ ਹੋ ਕੇ ਭਾਵਨਾ ਦੇਖ ਕੇ ਬੇਣੀ ਜੀ ਦੀ ਸਾਰਾ ਕੁਝ ਘਰ ਵਿੱਚ ਹੀ ਦੇ ਗਏ। ਜਦੋਂ ਅਕਾਲ ਪੁਰਖ ਆਪ ਫਿਰ ਜਿੱਥੇ ਬੇਣੀ ਜੀ ਇਕਾਂਤ ਵਿੱਚ ਪਰਮਾਤਮਾ ਦੀ ਯਾਦ ਦੇ ਵਿੱਚ ਜੁੜੇ ਸਨ, ਅਕਾਲ ਪੁਰਖ ਨੇ ਆਪ ਜਾ ਕੇ ਉਹਨਾਂ ਦੀ ਸੁਰਤ ਖੋਲੀ ਅਤੇ ਕਿਹਾ ਕਿ ਬੇਣੀ ਜੀ, ਆਪ ਜੀ ਦੀ ਭਗਤੀ ਸਫਲ ਹੋ ਗਈ ਹੈ, ਆਪ ਜੀ ਦੇ ਸਤਿਗੁਰ ਖੁਸ਼ ਹੋ ਗਏ ਹਨ, ਆਪ ਜੀ ਦਾ ਲੋਕ ਪਰਲੋਕ ਸਵਰ ਗਿਆ ਹੈ, ਬ੍ਰਹਮ ਦਾ ਗਿਆਨ ਹੁਣ ਆਪ ਜੀ ਨੂੰ ਹੋ ਜਾਵੇਗਾ। ਜਦੋਂ ਇੰਨੀ ਗੱਲ ਬੇਣੀ ਜੀ ਨੇ ਸੁਣੀ, ਵਿਰਾਗ ਆ ਗਿਆ ਤੇ ਸਤਿਗੁਰੂ ਦੇ ਜਦੋਂ ਚਰਨ ਆਵਾਜ਼ ਦੇ ਨਾਲ ਦੇਖਿਆ ਸਾਹਮਣੇ ਕੋਈ ਹੈ, ਚਰਨ ਫੜਨ ਲੱਗੇ ਨਾ ਤਾਂ ਅਕਾਲ ਪੁਰਖ ਅਲੋਪ ਹੋ ਗਿਆ। ਬੇਣੀ ਜੀ ਵਿਰਾਗ ਦੇ ਵਿੱਚ ਘਰ ਆ ਕੇ ਦੇਖਦੇ ਹਨ, ਘਰ ਆ ਕੇ ਘਰ ਵਾਲੀ ਮਾਫੀਆਂ ਮੰਗਦੀ ਹੈ ਕਿ हे ਮੇਰੇ ਪਤੀ ਪਰਮੇਸ਼ਰ, ਮੈਨੇ ਬੜੇ ਬੋਲ ਕਬੋਲ ਬੋਲੇ ਪਰ ਮੈਂ ਮਜਬੂਰ ਸੀ, ਗਰੀਬੀ ਕਰਕੇ ਭੁੱਖਮਰੀ ਕਰਕੇ ਮੇਰੀ ਜ਼ੁਬਾਨ ਕੌੜੀ ਹੋ ਗਈ ਸੀ। ਭਗਤ ਬੇਣੀ ਜੀ ਕੁਛ ਨਾ ਬੋਲੇ। ਅੱਗੋਂ ਉਹਨਾਂ ਦੀ ਘਰ ਵਾਲੀ ਦੱਸਦੀ ਹੈ ਕਿ ਰਾਜੇ ਨੇ ਦਰਬਾਰ ਦੇ ਵਿੱਚੋਂ ਦੇਖੋ ਕਿੰਨਾ ਕੁਛ ਭੇਜਿਆ ਹੈ, ਆਹ ਦੇਖੋ ਰਾਸ਼ਨ ਦੇ ਭੰਡਾਰੇ ਭਰੇ ਪਏ ਹਨ, ਇਹ ਮਿੱਠਾ ਹੈ, ਇਹ ਲੀੜੇ ਕੱਪੜੇ ਹਨ, ਮੈਨੇ ਆਪ ਜੀ ਤੇ ਵਿਸ਼ਵਾਸ ਨਹੀਂ ਕੀਤਾ, ਮੈਨੂੰ ਮੇਰੀ ਗਲਤੀ ਨੂੰ ਮਾਫ ਕਰ ਦਿਓ। ਜਦੋਂ ਇੰਨੀ ਗੱਲ ਬੇਣੀ ਜੀ ਨੇ ਸੁਣੀ ਤਾਂ ਉਹਨਾਂ ਦੇ ਮਨ ਵਿੱਚ ਹੋਰ ਜ਼ਿਆਦਾ ਵਿਰਾਗ ਆ ਗਿਆ। ਉਹਨਾਂ ਨੇ ਫਿਰ ਨਿਸ਼ਚੈ ਕਰ ਲਿਆ ਕਿ ਜਿਸ ਸਤਿਗੁਰੂ ਨੇ ਆਪ ਅਕਾਲ ਪੁਰਖ ਦਾ ਰੂਪ ਧਾਰ ਕੇ ਮੇਰੇ ਘਰ ਸਭ ਕੁਛ ਮੈਨੂੰ ਦੇ ਦਿੱਤਾ, ਬਸ ਹੁਣ ਮੈਂ ਉਸ ਦੀ ਕੇਵਲ ਆਰਾਧਨਾ ਹੀ ਕਰਾਂਗਾ, ਉਸ ਤੋਂ ਇਲਾਵਾ ਹੁਣ ਮੇਰੀ ਜ਼ਿੰਦਗੀ ਦਾ ਕੋਈ ਉਪਦੇਸ਼ ਵੀ ਬਾਕੀ ਨਹੀਂ ਰਹਿ ਗਿਆ। ਇਸ ਤਰ੍ਹਾਂ ਫਿਰ ਭਗਤ ਬੇਣੀ ਜੀ ਨੇ ਜੋ ਆਪਣਾ ਜੀਵਨ ਸੀ ਨਾ, ਉਹ ਸਤਿਗੁਰੂ ਨੂੰ ਅਰਪਣ ਕਰ ਦਿੱਤਾ। ਆਪ ਜੀ ਹੁਣ ਜਾਣੀ ਜਾਣ ਹੋ ਕਿ ਭਗਤ ਬੇਣੀ ਜੀ ਦੀ ਜੋ ਬਾਣੀ ਹੈ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਦੇ ਵਿੱਚ ਦਰਜ ਹੈ, ਜੋ ਆਪਾਂ ਰੋਜ਼ ਬਾਣੀ ਦਾ ਆਨੰਦ ਮਾਣਦੇ ਹਾਂ, ਜਿਸ ਦੇ ਨਾਲ ਸਾਡਾ ਵੀ ਲੋਕ ਪਰਲੋਕ ਸਵਰ ਰਿਹਾ ਹੈ। ਸੋ ਇਸ ਸਾਖੀ ਤੋਂ ਇਹੋ ਹੀ ਸਿੱਖਿਆ ਮਿਲਦੀ ਹੈ ਕਿ ਗਰੀਬੀ ਦੁੱਖ ਨਹੀਂ ਹੈ, ਭੁੱਖਮਰੀ ਦੁੱਖ ਨਹੀਂ ਹੈ, ਉਸ ਪਰਮਾਤਮਾ ਤੋਂ ਵਿਛੜਨਾ, ਉਸ ਦੀ ਆਰਾਧਨਾ ਨਾ ਕਰਨਾ, ਇਹ ਸਭ ਤੋਂ ਵੱਡਾ ਦੁੱਖ ਹੈ। ਕਿਉਂਕਿ ਸਿਆਣੇ ਵੀ ਕਹਿੰਦੇ ਹਨ ਕਿ ਕੋਈ ਮਨ ਦੁਖੀ, ਕੋਈ ਤਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ, ਇੱਕ ਸੁਖੀ ਰਾਮ ਕਾ ਦਾਸ। ਵੀ ਜਿਸਨੇ ਉਸ ਪਰਮਾਤਮਾ ਦੇ ਨਾਲ ਲਿਵ ਲਾ ਲਈ ਨਾ, ਉਸ ਪਰਮਾਤਮਾ ਦੀ ਅਕਾਲ ਪੁਰਖ ਦੀ ਜੋ ਆਰਾਧਨਾ ਕਰਨ ਲੱਗ ਗਿਆ ਨਾ, ਸੁਖੀ ਕੇਵਲ ਉਹੀ ਹੈ। ਬਾਕੀ ਗੁਰੂ ਮਹਾਰਾਜ ਨੇ ਵੀ ਗੁਰਬਾਣੀ ਦੇ ਵਿੱਚ ਲਿਖਿਆ ਹੀ ਹੈ, ਆਪਾਂ ਪੜ੍ਹਦੇ ਹਾਂ ਕਿ ਨਾਨਕ ਦੁਖੀਆ ਸਭ ਸੰਸਾਰ, ਕੋਈ ਸੁਖੀ ਨਹੀਂ ਇੱਥੇ, ਚਾਹੇ ਮੈਂ ਹਾਂ ਚਾਹੇ ਤੁਸੀਂ ਹੋ। ਉਹ ਵੱਖਰੀ ਗੱਲ ਹੈ ਕਿ ਸਤਿਗੁਰੂ ਨੇ ਮੇਰੀ ਡਿਊਟੀ ਉਪਦੇਸ਼ ਤੇ ਲਾਈ ਹੈ, ਪਰ ਆਪਾਂ ਸਭ ਹੀ ਇੱਕੋ ਲਾਈਨ ਦੇ ਵਿੱਚ ਹਾਂ। ਇਸ ਕਰਕੇ ਜੇ ਆਪਾਂ ਨੇ ਸੁਖੀ ਹੋਣਾ ਹੈ, ਉਸ ਪਰਮਾਤਮਾ ਨਾਲ, ਸ਼ਬਦ ਗੁਰੂ ਦੇ ਨਾਲ ਆਪਾਂ ਨੂੰ ਜੁੜਨਾ ਪਏਗਾ। ਇਹੋ ਹੀ ਉਸ ਸੱਚੇ ਪਰਮਾਤਮਾ ਦੇ ਲਈ ਸੱਚੀ ਸ਼ਰਧਾਂਜਲੀ, ਸੱਚੀ ਪੂਜਾ, ਸੱਚਾ ਦਾਨ, ਸੱਚਾ ਪਾਠ ਹੈ। ਸੋ ਸਾਖੀ ਤੋਂ ਹੀ ਸਿੱਖਿਆ ਮਿਲਦੀ ਹੈ ਕਿ ਬਾਣੀ ਦੇ ਨਾਲ ਆਪਾਂ ਜੁੜ ਕੇ ਆਪਣਾ ਲੋਕ ਅਤੇ ਪਰਲੋਕ ਸਵਾਰੀਏ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।